ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਇਸ ਖਾਸ ਚਰਚਾ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਐਮਰਜੈਂਸੀ ਮੈਡੀਕਲ ਪ੍ਰਤੀਕਿਰਿਆ ਦੇ ਇੱਕ ਬਹੁਤ ਹੀ ਅਹਿਮ ਪਹਿਲੂ ਤੇ ਗੱਲ ਕਰਨ ਜਾ ਰਹੇ ਹਾਂ, ਯਾਨੀ ਸੈਕੰਡਰੀ ਮੈਡੀਕਲ ਅਸੈਸਮੈਂਟ। ਜ਼ਰਾ ਸੋਚੋ ਕਿ ਇੱਕ ਐਮਰਜੈਂਸੀ ਸਥਿਤੀ ਆਈ ਹੈ ਔਰ ਜਿਹੜਾ ਸ਼ੁਰੂਆਤੀ ਜਾਨਲੇਵਾ ਖਤਰਾ ਸੀ, ਉਸ ਨੂੰ ਸਫਲਤਾਪੂਰਵਕ ਟਾਲ ਦਿੱਤਾ ਗਿਆ ਹੈ। ਸਾਹ ਬਿਲਕੁਲ ਠੀਕ ਚੱਲ ਰਿਹਾ ਹੈ ਅਤੇ ਕੋਈ ਗੰਭੀਰ ਖੂਨ ਵੀ ਨਹੀਂ ਵਹਿ ਰਿਹਾ। ਪਰ ਰੁਕੋ, ਕੰਮ ਇੱਥੇ ਖਤਮ ਨਹੀਂ ਹੁੰਦਾ। ਅਸਲ ਵਿੱਚ ਦੇਖਭਾਲ ਦਾ ਇੱਕ ਬਹੁਤ ਹੀ ਮਹੱਤਵਪੂਰਨ ਪੜਾਅ ਤਾਂ ਇੱਥੋਂ ਸ਼ੁਰੂ ਹੁੰਦਾ ਹੈ। ਹੁਣ ਤੁਹਾਡੇ ਦਿਮਾਗ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਜਦੋਂ ਜਾਨਲੇਵਾ ਖਤਰਾ ਟਲ ਗਿਆ ਤਾਂ ਫਿਰ ਅੱਗੇ ਕੀ? ਇਹ ਬਹੁਤ ਹੀ ਕਮਾਲ ਦਾ ਸਵਾਲ ਹੈ। ਜਦੋਂ ਆਪਾਂ ਨੂੰ ਇਹ ਪੱਕਾ ਹੋ ਜਾਂਦਾ ਹੈ ਕਿ ਵਿਅਕਤੀ ਦੀ ਜਾਨ ਨੂੰ ਹੁਣ ਕੋਈ ਤੁਰੰਤ ਖਤਰਾ ਨਹੀਂ ਹੈ, ਤਾਂ ਅਸਲੀ ਜਾਂਚ ਸ਼ੁਰੂ ਹੁੰਦੀ ਹੈ। ਇੱਥੇ ਐਂਟਰੀ ਹੁੰਦੀ ਹੈ ਸੈਕੰਡਰੀ ਅਸੈਸਮੈਂਟ ਦੀ। ਇਸ ਦਾ ਸਿੱਧਾ ਜਿਹਾ ਮਕਸਦ ਉਹਨਾਂ ਸਥਿਤੀਆਂ ਅਤੇ ਸੱਟਾਂ ਨੂੰ ਲੱਭਣਾ ਹੈ ਜੋ ਸ਼ਾਇਦ ਪਹਿਲੀ ਨਜ਼ਰ 'ਚ ਸਾਨੂੰ ਦਿਖਾਈ ਨਾ ਦੇਣ। ਕਈ ਵਾਰੀ ਅੰਦਰੂਨੀ ਸੱਟਾਂ ਹੁੰਦੀਆਂ ਨੇ ਜੋ ਬਾਅਦ 'ਚ ਗੰਭੀਰ ਰੂਪ ਲੈ ਸਕਦੀਆਂ ਨੇ। ਸੋ ਇਹ ਜਾਂਚ ਯਕੀਨੀ ਬਣਾਉਂਦੀ ਹੈ ਕਿ ਆਪਾਂ ਪੂਰੀ ਤਸਵੀਰ ਦੇਖ ਰਹੇ ਹਾਂ। ਆਓ ਜਲਦੀ ਨਾਲ ਦੇਖਦੇ ਹਾਂ ਕਿ ਅੱਜ ਆਪਾਂ ਕੀ ਕਵਰ ਕਰਨਾ ਹੈ। ਪ੍ਰਾਇਮਰੀ ਅਸੈਸਮੈਂਟ ਤੋਂ ਅੱਗੇ ਦਾ ਸਫ਼ਰ। ਕਦਮ ਪਹਿਲਾ ਯਾਨੀ ਸੈਂਪਲ ਸਵਾਲ। ਦੂਜਾ ਕਦਮ ਵਾਈਟਲ ਸਾਈਨਸ ਦੀ ਜਾਂਚ। ਤੀਜਾ ਕਦਮ ਸੱਟ ਦੀ ਜਾਂਚ ਅਤੇ ਅੰਤ 'ਚ ਮਰੀਜ਼ ਦੇ ਮੁੱਖ ਸੰਕੇਤਾਂ ਦੀ ਨਿਗਰਾਨੀ। ਠੀਕ ਹੈ, ਆਓ ਇਸ ਵਿੱਚ ਡੂੰਘਾਈ ਨਾਲ ਜਾਈਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਾਇਮਰੀ ਅਸੈਸਮੈਂਟ ਤੋਂ ਅੱਗੇ ਵਧਣ ਅਤੇ ਸਥਿਤੀ ਨੂੰ ਸੁਰੱਖਿਅਤ ਕਰਨ ਬਾਰੇ। ਸਾਡੇ ਕੋਲ ਕੰਮ ਕਰਨ ਦਾ ਇੱਕ ਬਿਲਕੁਲ ਸਾਫ਼ ਤੇ ਸਪਸ਼ਟ ਨਕਸ਼ਾ ਹੈ। ਸੈਕੰਡਰੀ ਅਸੈਸਮੈਂਟ ਦੇ 3 ਬਿਲਕੁਲ ਸਿੱਧੇ ਕਦਮ ਹੁੰਦੇ ਨੇ। ਪਹਿਲਾ ਹੈ ਸੈਂਪਲ ਸਵਾਲ ਪੁੱਛਣਾ, ਦੂਜਾ ਹੈ ਵਾਈਟਲ ਸਾਈਨਸ ਨੂੰ ਮਾਪਣਾ ਅਤੇ ਤੀਜਾ ਹੈ ਅਣਦੇਖੀਆਂ ਸੱਟਾਂ ਲਈ ਸਰੀਰਕ ਜਾਂਚ ਕਰਨਾ। ਇਹ ਲਗਾਤਾਰ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ਐਮਰਜੈਂਸੀ ਦੀ ਹਫੜਾ-ਦਫੜੀ 'ਚ ਵੀ ਕੋਈ ਜ਼ਰੂਰੀ ਚੀਜ਼ ਸਾਡੇ ਤੋਂ ਛੁੱਟ ਨਾ ਜਾਵੇ। ਸ਼ੁਰੂ ਕਰਦੇ ਹਾਂ ਕਦਮ ਪਹਿਲੇ ਨਾਲ, ਸੈਂਪਲ ਸਵਾਲ। ਮਰੀਜ਼ ਅਤੇ ਆਸ-ਪਾਸ ਖੜੇ ਲੋਕਾਂ ਤੋਂ ਪੁੱਛਗਿੱਛ ਕਰਨਾ। ਹੁਣ ਇਹ ਮੇਰਾ ਪਸੰਦੀਦਾ ਹਿੱਸਾ ਹੈ ਕਿਉਂਕਿ ਇਹ ਤਰੀਕਾ ਜਾਣਕਾਰੀ ਇਕੱਠੀ ਕਰਨ ਨੂੰ ਬਹੁਤ ਸੌਖਾ ਬਣਾ ਦਿੰਦਾ ਹੈ। ਸੈਂਪਲ ਇਹ ਇੱਕ ਕਮਾਲ ਦਾ ਸ਼ਬਦ ਹੈ ਜੋ ਆਪਾਂ ਨੂੰ ਰਸਤਾ ਦਿਖਾਉਂਦਾ ਹੈ। ਐਸ ਮਤਲਬ ਸੰਕੇਤ ਤੇ ਲੱਛਣ, ਯਾਨੀ ਮਰੀਜ਼ ਨੂੰ ਕੀ ਮਹਿਸੂਸ ਹੋ ਰਿਹਾ ਹੈ। ਏ ਯਾਨੀ ਐਲਰਜੀਆਂ, ਕਿ ਉਹਨਾਂ ਨੂੰ ਕਿਸੇ ਚੀਜ਼ ਤੋਂ ਐਲਰਜੀ ਹੈ। ਐਮ ਮਤਲਬ ਦਵਾਈਆਂ ਜੋ ਉਹ ਲੈ ਰਹੇ ਨੇ। ਪੀ ਹੋ ਗਿਆ ਪਿਛਲਾ ਮੈਡੀਕਲ ਇਤਿਹਾਸ। ਐਲ ਬਹੁਤ ਜ਼ਰੂਰੀ ਹੈ, ਆਖਰੀ ਵਾਰ ਕੀ ਖਾਦਾ ਜਾਂ ਪੀਤਾ ਸੀ। ਅਤੇ ਅੰਤ 'ਚ ਈ ਯਾਨੀ ਉਹ ਘਟਨਾਵਾਂ ਜੋ ਇਸ ਐਮਰਜੈਂਸੀ ਦਾ ਕਾਰਨ ਬਣੀਆਂ। ਦੇਖੋ, ਇਹ ਛੋਟਾ ਜਿਹਾ ਸ਼ਬਦ ਘਬਰਾਹਟ ਵਾਲੀ ਸਥਿਤੀ ਵਿੱਚ ਵੀ ਇੱਕ ਪੂਰੀ ਡਾਕਟਰੀ ਤਸਵੀਰ ਬਣਾਉਣ 'ਚ ਸਾਡੀ ਕਿੰਨੀ ਮਦਦ ਕਰਦਾ ਹੈ। ਬਹੁਤ ਵਧੀਆ। ਹੁਣ ਅੱਗੇ ਵਧਦੇ ਹਾਂ ਕਦਮ ਦੂਜੇ ਵੱਲ, ਵਾਈਟਲ ਸਾਈਨਸ ਦੀ ਜਾਂਚ ਯਾਨੀ ਜ਼ਰੂਰੀ ਸਰੀਰਕ ਡਾਟਾ ਇਕੱਠਾ ਕਰਨਾ। ਵਾਈਟਲ ਸਾਈਨਸ ਜਾਂ ਕਹਿ ਲਓ ਜੀਵਨ ਚਿੰਨ੍ਹਾਂ ਦੀ ਜਾਂਚ ਕਰਨਾ ਬਿਲਕੁਲ ਲਾਜ਼ਮੀ ਹੈ। ਹਾਲਾਂਕਿ ਆਪਾਂ ਇੱਥੇ ਬਹੁਤ ਜ਼ਿਆਦਾ ਤਕਨੀਕੀ ਵੇਰਵਿਆਂ 'ਚ ਨਹੀਂ ਜਾ ਰਹੇ, ਪਰ ਇਹ ਇੱਕ ਬਹੁਤ ਹੀ ਜ਼ਰੂਰੀ ਕਦਮ ਹੈ। ਇਹ ਇੱਕ ਤਰ੍ਹਾਂ ਦਾ ਪੁਲ ਹੈ ਸਾਡੀ ਪੁੱਛਗਿੱਛ ਅਤੇ ਸਰੀਰਕ ਜਾਂਚ ਦੇ ਵਿਚਕਾਰ। ਇਹ ਸਾਨੂੰ ਦੱਸਦਾ ਹੈ ਕਿ ਸਰੀਰ ਦੇ ਅੰਦਰੂਨੀ ਸਿਸਟਮ ਇਸ ਸਮੇਂ ਕਿਵੇਂ ਕੰਮ ਕਰ ਰਹੇ ਨੇ, ਕਿ ਉਹ ਠੀਕ ਨੇ ਜਾਂ ਵਿਗੜ ਰਹੇ ਨੇ। ਆਓ ਹੁਣ ਆਖਰੀ ਤੇ ਤੀਜੇ ਕਦਮ ਤੇ ਚੱਲਦੇ ਹਾਂ, ਸੱਟ ਦੀ ਜਾਂਚ। ਇਸ ਲਈ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਹੈ ਕਿ ਇੱਥੇ ਅਸੀਂ ਉਹਨਾਂ ਸੱਟਾਂ ਨੂੰ ਲੱਭਦੇ ਹਾਂ ਜੋ ਸ਼ਾਇਦ ਪਹਿਲਾਂ ਸਾਡੀ ਨਜ਼ਰ ਤੋਂ ਬਚ ਗਈਆਂ ਹੋਣ। ਇੱਥੇ ਆਪਾਂ ਸੱਟ ਦੀ ਜਾਂਚ ਨੂੰ ਥੋੜਾ ਹੋਰ ਸਮਝਦੇ ਹਾਂ। ਇਹ ਬਹੁਤ ਹੀ ਧਿਆਨ ਨਾਲ ਕੀਤੀ ਜਾਣ ਵਾਲੀ ਪ੍ਰਕਿਰਿਆ ਹੈ। ਇਹ ਸਿਰਫ ਦੂਰੋਂ ਖੜ ਕੇ ਦੇਖਣਾ ਨਹੀਂ ਹੈ। ਸਥਿਤੀ ਦੇ ਹਿਸਾਬ ਨਾਲ ਇਹ ਇੱਕ ਧਿਆਨਪੂਰਵਕ ਦੇਖਣ ਵਾਲੀ ਜਾਂਚ ਹੋ ਸਕਦੀ ਹੈ ਜਾਂ ਇਸ ਵਿੱਚ ਅਸਲ ਵਿੱਚ ਹੱਥਾਂ ਨਾਲ ਛੂ ਕੇ ਚੈੱਕ ਕਰਨਾ ਸ਼ਾਮਿਲ ਹੋ ਸਕਦਾ ਹੈ। ਕਿਉਂ? ਤਾਂ ਜੋ ਕੋਈ ਸੋਜ, ਟੁੱਟੀ ਹੱਡੀ ਜਾਂ ਕੋਈ ਹੋਰ ਅਸਧਾਰਨਤਾ ਪਤਾ ਲੱਗ ਸਕੇ ਜੋ ਸ਼ਾਇਦ ਅੱਖਾਂ ਨੂੰ ਸਿੱਧੀ ਨਜ਼ਰ ਨਾ ਆਵੇ। ਇੱਥੇ ਇੱਕ ਬਹੁਤ ਹੀ ਜ਼ਰੂਰੀ ਪ੍ਰੋ ਟਿਪ ਹੈ ਜਿਸ ਨੂੰ ਆਪਾਂ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਸਰੀਰਕ ਜਾਂਚ ਕਰਦੇ ਸਮੇਂ ਜੇਕਰ ਤੁਹਾਨੂੰ ਕੋਈ ਮੈਡੀਕਲ ਪਛਾਣ ਵਾਲੀ ਚੀਜ਼ ਮਿਲਦੀ ਹੈ, ਜਿਵੇਂ ਗਲੇ 'ਚ ਕੋਈ ਲੌਕੇਟ ਜਾਂ ਹੱਥ ਬ੍ਰੇਸਲੇਟ, ਤਾਂ ਉਸ ਨੂੰ ਬਹੁਤ ਧਿਆਨ ਨਾਲ ਪੜ੍ਹੋ। ਯਕੀਨ ਮੰਨੋ, ਇਹ ਛੋਟੀਆਂ ਜਿਹੀਆਂ ਚੀਜ਼ਾਂ ਕਈ ਵਾਰ ਮਰੀਜ਼ ਦੀਆਂ ਗੰਭੀਰ ਬਿਮਾਰੀਆਂ ਜਾਂ ਐਲਰਜੀਆਂ ਬਾਰੇ ਤੁਰੰਤ ਜਾਣਕਾਰੀ ਦਿੰਦੀਆਂ ਨੇ ਜੋ ਸ਼ਾਇਦ ਸਾਨੂੰ ਇੰਟਰਵਿਊ 'ਚ ਵੀ ਨਾ ਮਿਲੀ ਹੋਵੇ। ਠੀਕ ਹੈ ਜੀ, ਹੁਣ ਚੱਲਦੇ ਹਾਂ ਆਪਣੇ ਅਗਲੇ ਪੜਾਅ ਵੱਲ, ਮਰੀਜ਼ ਦੇ ਮੁੱਖ ਸੰਕੇਤਾਂ ਦੀ ਲਗਾਤਾਰ ਨਿਗਰਾਨੀ, ਯਾਨੀ ਪ੍ਰਤੀਕਿਰਿਆ, ਸਾਹ ਲੈਣਾ ਅਤੇ ਚਮੜੀ। ਪ੍ਰੋਟੋਕਾਲ ਬਹੁਤ ਹੀ ਸਿਆਣਪ ਨਾਲ ਸਰੀਰਕ ਸੂਚਕਾਂ ਨੂੰ 3 ਮੁੱਖ ਹਿੱਸਿਆਂ 'ਚ ਵੰਡਦਾ ਹੈ, ਜਿਸ ਨਾਲ ਸਾਡਾ ਕੰਮ ਆਸਾਨ ਹੋ ਜਾਂਦਾ ਹੈ। ਇਹ ਹਨ ਪ੍ਰਤੀਕਿਰਿਆ ਦਾ ਪੱਧਰ, ਸਾਹ ਲੈਣ ਦੀ ਪ੍ਰਕਿਰਿਆ ਅਤੇ ਚਮੜੀ ਦੀ ਸਥਿਤੀ। ਇਹ ਤਿੰਨੋਂ ਚੀਜ਼ਾਂ ਦਿਮਾਗੀ ਪ੍ਰਣਾਲੀ, ਸਾਹ ਪ੍ਰਣਾਲੀ ਅਤੇ ਕਾਰਡੀਓਵੈਸਕੂਲਰ ਪ੍ਰਣਾਲੀ ਦਾ ਬਿਲਕੁਲ ਸਾਫ਼ ਸ਼ੀਸ਼ਾ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਤੀਕਿਰਿਆ ਦੇ ਪੱਧਰ ਦੀ। ਸਾਨੂੰ ਖੁਦ ਨੂੰ ਇਹ ਸਿੱਧੇ ਜਿਹੇ ਸਵਾਲ ਪੁੱਛਣੇ ਚਾਹੀਦੇ ਹਨ ਕਿ ਮਰੀਜ਼ ਆਲੇ-ਦੁਆਲੇ ਪ੍ਰਤੀ ਪੂਰੀ ਤਰ੍ਹਾਂ ਅਲਰਟ ਹੈ, ਕਿ ਉਹ ਨੀਂਦ 'ਚ ਲੱਗ ਰਿਹਾ ਹੈ ਜਾਂ ਉਲਝਿਆ ਹੋਇਆ ਹੈ, ਤੇ ਸਭ ਤੋਂ ਵੱਡੀ ਗੱਲ ਕਿ ਉਸਦੀ ਇਹ ਹਾਲਤ ਲਗਾਤਾਰ ਬਦਲ ਰਹੀ ਹੈ। ਜੇ ਕੋਈ ਬਿਲਕੁਲ ਠੀਕ-ਠਾਕ ਇਨਸਾਨ ਅਚਾਨਕ ਉਲਝਣ 'ਚ ਪੈ ਜਾਵੇ ਤਾਂ ਇਹ ਦਿਮਾਗ ਜਾਂ ਸਦਮੇ ਦੀ ਕਿਸੇ ਡੂੰਘੀ ਸਮੱਸਿਆ ਦਾ ਇਸ਼ਾਰਾ ਹੋ ਸਕਦਾ ਹੈ।
ਅਤੇ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦਾ ਹੈ ਕਿ ਕਿਵੇਂ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਦੇਣਾ ਪੈਂਦਾ ਹੈ। ਸਾਹ ਲੈਣ ਦੀ ਜਾਂਚ ਦਾ ਮਤਲਬ ਸਿਰਫ ਇਹ ਦੇਖਣਾ ਨਹੀਂ ਕਿ ਸਾਹ ਆ ਰਿਹਾ ਹੈ। ਆਵਾਜ਼ਾਂ ਸੁਣੋ, ਕੀ ਸਾਹ ਬਹੁਤ ਤੇਜ਼ ਹੈ ਜਾਂ ਅਸਾਧਾਰਣ ਤੌਰ ਤੇ ਹੌਲੀ? ਕੀ ਇਹ ਬਹੁਤ ਛੋਟਾ-ਛੋਟਾ ਆ ਰਿਹਾ ਹੈ ਜਾਂ ਬਹੁਤ ਡੂੰਘਾ ਹੈ? ਕੀ ਮਰੀਜ਼ ਨੂੰ ਸਾਹ ਲੈਣ ਵੇਲੇ ਦਰਦ ਹੋ ਰਿਹਾ ਹੈ? ਇਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਫੇਫੜਿਆਂ 'ਚ ਅਸਲ 'ਚ ਕੀ ਚੱਲ ਰਿਹਾ ਹੈ। ਅਤੇ ਅੰਤ 'ਚ ਆਪਾਂ ਚਮੜੀ ਦੀ ਜਾਂਚ ਕਰਦੇ ਹਾਂ। ਤੁਹਾਨੂੰ ਪਤਾ ਹੈ, ਚਮੜੀ ਸਰੀਰ ਦੇ ਅੰਦਰੂਨੀ ਤਾਪਮਾਨ ਅਤੇ ਬਲੱਡ ਸਰਕੂਲੇਸ਼ਨ ਦਾ ਬਹੁਤ ਹੀ ਵਧੀਆ ਸੂਚਕ ਹੁੰਦੀ ਹੈ। ਕੀ ਚਮੜੀ ਸੁੱਕੀ ਹੈ ਜਾਂ ਪਸੀਨੇ ਨਾਲ ਬਿਲਕੁਲ ਗਿੱਲੀ ਹੋਈ ਪਈ ਹੈ? ਕੀ ਕੋਈ ਰੰਗ ਬਦਲ ਰਿਹਾ ਹੈ, ਜਿਵੇਂ ਪੀਲਾ ਜਾਂ ਨੀਲਾ ਪੈਣਾ? ਇਹ ਤਬਦੀਲੀਆਂ ਅਕਸਰ ਸਦਮੇ ਯਾਨੀ ਸ਼ੌਕ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀਆਂ ਨੇ। ਸੋ ਜਾਂਦੇ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਇੱਕ ਸਵਾਲ ਹੈ। ਜੇਕਰ ਇੱਕ ਪ੍ਰਾਇਮਰੀ ਅਸੈਸਮੈਂਟ ਅੱਜ ਤੁਰੰਤ ਇੱਕ ਜਾਨ ਬਚਾਉਂਦੀ ਹੈ, ਤਾਂ ਇੱਕ ਚੰਗੀ ਤਰ੍ਹਾਂ ਸਟੈਪ ਬਾਏ ਸਟੈਪ ਕੀਤੀ ਗਈ ਸੈਕੰਡਰੀ ਅਸੈਸਮੈਂਟ ਕੱਲ ਉਸ ਜਾਨ ਦੀ ਰੱਖਿਆ ਲਈ ਕਿਹੜੇ ਲੁਕਵੇਂ ਵੇਰਵਿਆਂ ਨੂੰ ਸਾਹਮਣੇ ਲਿਆ ਸਕਦੀ ਹੈ? ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਨਾ। ਇਹ ਯੋਜਨਾਬੱਧ ਤਰੀਕਾ ਹੀ ਹੈ ਜੋ ਸਾਡੀ ਦੇਖਭਾਲ ਨੂੰ ਬਿਹਤਰੀਨ ਬਣਾਉਂਦਾ ਹੈ। ਅੱਜ ਦੀ ਇਸ ਚਰਚਾ 'ਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹਮੇਸ਼ਾ ਯਾਦ ਰੱਖਿਓ, ਸਤ੍ਹਾ ਤੋਂ ਥੱਲੇ ਦੇਖਣਾ ਕਿੰਨਾ ਮਹੱਤਵਪੂਰਨ ਹੈ। ਮਿਲਦੇ ਹਾਂ ਅਗਲੀ ਵਾਰ। ਸੋ ਕਿਸੇ ਵੀ ਐਮਰਜੈਂਸੀ ਜਾਂ ਹਾਦਸੇ ਵਾਲੀ ਥਾਂ ਦੀ ਕਲਪਨਾ ਕਰੋ। ਪਹਿਲੇ ਕੁਝ ਪਲ ਬਿਲਕੁਲ ਹਫੜਾ-ਦਫੜੀ ਵਾਲੇ ਹੁੰਦੇ ਹਨ, ਹੈ ਨਾ? ਮੁੱਢਲੀ ਜਾਂਚ ਹੋ ਗਈ, ਸਾਹ ਚੱਲ ਰਿਹਾ ਹੈ, ਦਿਲ ਧੜਕ ਰਿਹਾ ਹੈ ਅਤੇ ਐਮਰਜੈਂਸੀ ਦਾ ਸਭ ਤੋਂ ਪਹਿਲਾ ਡਰ ਥੋੜਾ ਘਟ ਜਾਂਦਾ ਹੈ। ਲੱਗਦਾ ਹੈ ਕਿ ਸਥਿਤੀ ਸ਼ਾਂਤ ਹੋ ਗਈ ਹੈ, ਪਰ ਰੁਕੋ, ਅਸਲ ਖਤਰਾ ਜੇ ਟਲਿਆ ਨਹੀਂ ਹੈ। ਬਿਲਕੁਲ ਇੱਥੇ ਸ਼ੁਰੂ ਹੁੰਦਾ ਹੈ ਸਾਡਾ ਅਗਲਾ ਅਤੇ ਸ਼ਾਇਦ ਸਭ ਤੋਂ ਗੰਭੀਰ ਪੜਾਅ, ਜਿਸ ਨੂੰ ਸੈਕੰਡਰੀ ਐਮਰਜੈਂਸੀ ਅਸੈਸਮੈਂਟ ਯਾਨੀ ਦੂਜੇ ਪੜਾਅ ਦੀ ਜਾਂਚ ਕਿਹਾ ਜਾਂਦਾ ਹੈ। ਇਹ ਉਹ ਨਾਜ਼ੁਕ ਸਮਾਂ ਹੈ ਜਿੱਥੇ ਸਹੀ ਜਾਣਕਾਰੀ ਅਤੇ ਤੁਹਾਡੇ ਵੱਲੋਂ ਚੁੱਕੇ ਗਏ ਕਦਮ ਅਸਲ ਵਿੱਚ ਜਾਨਾਂ ਬਚਾਉਂਦੇ ਹਨ। ਇੱਥੇ ਹਰ ਇੱਕ ਸੈਕਿੰਡ ਕੀਮਤੀ ਹੈ, ਇਸ ਲਈ ਆਪਾਂ ਨੂੰ ਇਹ ਸਮਝਣਾ ਪਵੇਗਾ ਕਿ ਇਸ ਪੜਾਅ ਤੇ ਤੁਰੰਤ ਅਗਲੇ ਕਦਮ ਕੀ ਹੋਣੇ ਚਾਹੀਦੇ ਹਨ। ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਹੈ ਕਿ ਮੁੱਢਲੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਆਪਾਂ ਅੱਗੇ ਕਰਨਾ ਕੀ ਹੈ। ਤੁਸੀਂ ਸ਼ਾਇਦ ਗੋਲਡਨ ਆਵਰ ਬਾਰੇ ਸੁਣਿਆ ਹੋਵੇਗਾ। ਮੈਡੀਕਲ ਵਿਗਿਆਨ ਵਿੱਚ ਇਹ ਹਾਦਸੇ ਤੋਂ ਬਾਅਦ ਦਾ ਉਹ ਸੁਨਹਿਰੀ ਸਮਾਂ ਹੈ ਜਿੱਥੇ ਸਹੀ ਸਹਾਇਤਾ ਮਿਲਣ ਨਾਲ ਬਚਾਅ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਇਸ ਸਮੇਂ ਦੌਰਾਨ ਆਪਾਂ ਨੂੰ ਇੱਕ ਜਾਸੂਸ ਵਾਂਗ ਸੋਚਣਾ ਪਵੇਗਾ। ਸਿਰਫ ਬਾਹਰੋਂ ਦਿਖਾਈ ਦੇਣ ਵਾਲੀਆਂ ਸੱਟਾਂ, ਜਿਵੇਂ ਛਿੱਲਿਆ ਹੋਇਆ ਗੋਡਾ ਜਾਂ ਮਾੜਾ-ਮੋਟਾ ਖੂਨ, ਉੱਥੇ ਤੱਕ ਹੀ ਸੀਮਿਤ ਨਹੀਂ ਰਹਿਣਾ। ਅਸਲ ਮਕਸਦ ਉਹਨਾਂ ਛੁਪੀਆਂ ਹੋਈਆਂ ਸੱਟਾਂ ਨੂੰ ਲੱਭਣਾ ਹੈ ਜੋ ਸ਼ਾਇਦ ਪਹਿਲੀ ਨਜ਼ਰ ਵਿੱਚ ਦਿਖਾਈ ਹੀ ਨਾ ਦੇਣ, ਜਿਵੇਂ ਕੋਈ ਅੰਦਰੂਨੀ ਖੂਨ ਵਗਣਾ ਜਾਂ ਕੋਈ ਛੁਪੀ ਹੋਈ ਹੱਡੀ ਦਾ ਟੁੱਟਣਾ। ਯਕੀਨ ਮੰਨੋ, ਇਹ ਛੁਪੀਆਂ ਸੱਟਾਂ ਬਾਹਰੀ ਸੱਟਾਂ ਨਾਲੋਂ ਕਿਤੇ ਵੱਧ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਇਹਨਾਂ ਛੁਪੀਆਂ ਹੋਈਆਂ ਸੱਟਾਂ ਨੂੰ ਲੱਭਣ ਲਈ ਇੱਕ ਬਹੁਤ ਹੀ ਪੱਕਾ ਅਤੇ ਤਰੀਕੇਬੱਧ ਢੰਗ ਅਪਣਾਉਣਾ ਪੈਂਦਾ ਹੈ। ਬਹੁਤ ਧਿਆਨ ਨਾਲ ਉਹਨਾਂ ਨਿਸ਼ਾਨਾਂ ਨੂੰ ਲੱਭਣਾ ਪੈਂਦਾ ਹੈ ਜੋ ਪਹਿਲਾਂ ਨਜ਼ਰਅੰਦਾਜ਼ ਹੋ ਗਏ ਹੋਣ। ਇਸ ਲਈ ਜਾਂ ਤਾਂ ਮਰੀਜ਼ ਨਾਲ ਗੱਲਬਾਤ ਕਰਕੇ ਧਿਆਨ ਕੇਂਦਰਿਤ ਜਾਂਚ ਕੀਤੀ ਜਾਂਦੀ ਹੈ ਜਾਂ ਫਿਰ ਹੱਥਾਂ ਨਾਲ ਸਰੀਰਕ ਜਾਂਚ ਹੁੰਦੀ ਹੈ। ਪਰ ਇੱਕ ਬਹੁਤ ਹੀ ਅਹਿਮ ਕਦਮ ਜੋ ਅਕਸਰ ਲੋਕ ਭੁੱਲ ਜਾਂਦੇ ਹਨ, ਉਹ ਹੈ ਮੈਡੀਕਲ ਪਹਿਚਾਣ ਵਾਲੇ ਪ੍ਰੋਡਕਟਸ ਦੀ ਭਾਲ ਕਰਨਾ। ਸੋਚੋ, ਜੇ ਕਿਸੇ ਦੇ ਗੁੱਟ ਤੇ ਕੋਈ ਮੈਡੀਕਲ ਬ੍ਰੇਸਲੇਟ ਜਾਂ ਜੇਬ ਵਿੱਚ ਕੋਈ ਕਾਰਡ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਪੜ੍ਹੋ। ਹੋ ਸਕਦਾ ਹੈ ਕਿ ਉਸ ਵਿਅਕਤੀ ਨੂੰ ਸਿਰ ਦੀ ਸੱਟ ਨਾ ਲੱਗੀ ਹੋਵੇ, ਸਗੋਂ ਉਹ ਸ਼ੂਗਰ ਦਾ ਮਰੀਜ਼ ਹੋਵੇ ਅਤੇ ਉਸ ਦਾ ਸ਼ੂਗਰ ਲੈਵਲ ਡਿੱਗ ਗਿਆ ਹੋਵੇ ਜਾਂ ਉਸ ਨੂੰ ਕਿਸੇ ਦਵਾਈ ਤੋਂ ਸਖਤ ਐਲਰਜੀ ਹੋਵੇ। ਦੇਖਿਆ, ਇਹ ਇੱਕ ਛੋਟੀ ਜਿਹੀ ਜਾਣਕਾਰੀ ਪੂਰੇ ਇਲਾਜ ਦੀ ਦਿਸ਼ਾ ਹੀ ਬਦਲ ਕੇ ਰੱਖ ਸਕਦੀ ਹੈ। ਇਸ ਪੂਰੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ ਲਈ ਆਪਣੇ ਦਿਮਾਗ ਵਿੱਚ ਇੱਕ ਚੈੱਕਲਿਸਟ ਰੱਖੋ। ਆਪਾਂ ਇਸ ਨੂੰ 3 ਦਾ ਨਿਯਮ ਕਹਿ ਸਕਦੇ ਹਾਂ। ਇਹ 3 ਬੁਨਿਆਦੀ ਸੰਕੇਤ ਕਿਸੇ ਵੀ ਵਿਅਕਤੀ ਦੀ ਅੰਦਰੂਨੀ ਹਾਲਤ ਦਾ ਬਿਲਕੁਲ ਸਾਫ਼ ਸ਼ੀਸ਼ਾ ਹੁੰਦੇ ਹਨ। ਪਹਿਲਾ, ਪ੍ਰਤੀਕਿਰਿਆ ਦਾ ਪੱਧਰ। ਜੇਕਰ ਕੋਈ ਪਹਿਲਾਂ ਬਿਲਕੁਲ ਅਲਰਟ ਸੀ ਪਰ ਅਚਾਨਕ ਨੀਂਦ ਵਿੱਚ ਜਾਂ ਉਲਝਣ ਵਿੱਚ ਲੱਗ ਰਿਹਾ ਹੈ, ਤਾਂ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਦਿਮਾਗ ਦੀ ਕਾਰਜ ਪ੍ਰਣਾਲੀ ਕਮਜ਼ੋਰ ਪੈ ਰਹੀ ਹੈ। ਦੂਜਾ ਅਹਿਮ ਸੰਕੇਤ ਹੈ ਸਾਹ। ਸਾਹ ਬਹੁਤ ਤੇਜ਼ ਹੈ ਜਾਂ ਹਲਕਾ। ਕੀ ਸਾਹ ਲੈਂਦਿਆਂ ਦਰਦ ਹੋ ਰਿਹਾ ਹੈ? ਇਹ ਫੇਫੜਿਆਂ ਜਾਂ ਛਾਤੀ ਦੀਆਂ ਅੰਦਰੂਨੀ ਸੱਟਾਂ ਬਾਰੇ ਦੱਸਦਾ ਹੈ। ਅਤੇ ਤੀਜਾ ਹੈ ਚਮੜੀ ਦੀ ਹਾਲਤ। ਜੇ ਚਮੜੀ ਅਚਾਨਕ ਬਹੁਤ ਠੰਡੀ, ਗਿੱਲੀ ਜਾਂ ਪੀਲੀ ਪੈ ਜਾਵੇ ਤਾਂ ਸਮਝੋ ਸਰੀਰ ਸਦਮੇ ਯਾਨੀ ਸ਼ੌਕ ਵਿੱਚ ਜਾ ਰਿਹਾ ਹੈ। ਇਹਨਾਂ ਤਿੰਨਾਂ ਤੇ ਲਗਾਤਾਰ ਨਜ਼ਰ ਰੱਖਣੀ ਬਿਲਕੁਲ ਲਾਜ਼ਮੀ ਹੈ। ਹੁਣ ਆਪਣੇ ਇਹ ਜਾਂਚ ਪ੍ਰਕਿਰਿਆ ਇੱਕ ਬਹੁਤ ਹੀ ਨਾਜ਼ੁਕ ਚੌਰਾਹੇ ਤੇ ਆ ਕੇ ਖੜੀ ਹੋ ਜਾਂਦੀ ਹੈ। ਇੱਥੇ ਪਹੁੰਚ ਕੇ ਅਗਲੀ ਸਾਰੀ ਕਾਰਵਾਈ ਸਿਰਫ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਪੀੜਤ ਪ੍ਰਤੀਕਿਰਿਆ ਦੇ ਰਿਹਾ ਹੈ ਜਾਂ ਨਹੀਂ। ਇਹ ਇੱਕ ਐਸਾ ਫੈਸਲਾ ਹੈ ਜਿੱਥੇ ਗਲਤ ਰਸਤਾ ਚੁਣਨ ਨਾਲ ਕੀਮਤੀ ਸੈਕਿੰਡ ਬਰਬਾਦ ਹੋ ਜਾਣਗੇ। ਇੱਕ ਪਾਸੇ ਉਹ ਸਥਿਤੀ ਹੈ ਜਿੱਥੇ ਵਿਅਕਤੀ ਹੋਸ਼ ਵਿੱਚ ਹੈ, ਜਵਾਬ ਦੇ ਰਿਹਾ ਹੈ ਅਤੇ ਗੱਲਬਾਤ ਕਰ ਸਕਦਾ ਹੈ। ਦੂਜੇ ਪਾਸੇ ਇੱਕ ਬਿਲਕੁਲ ਵੱਖਰੀ ਅਤੇ ਕਿਤੇ ਵੱਧ ਗੰਭੀਰ ਸਥਿਤੀ ਹੈ ਜਿੱਥੇ ਵਿਅਕਤੀ ਸਾਹ ਤਾਂ ਲੈ ਰਿਹਾ ਹੈ ਪਰ ਬਿਲਕੁਲ ਸੁੰਨ ਪਿਆ ਹੈ ਅਤੇ ਗੱਲ ਕਰਨ ਤੋਂ ਅਸਮਰਥ ਹੈ। ਮੌਕੇ ਤੇ ਮੌਜੂਦ ਵਿਅਕਤੀ ਨੂੰ ਮਰੀਜ਼ ਦੀ ਹਾਲਤ ਦੇਖ ਕੇ ਸੈਕਿੰਡਾਂ ਦੇ ਅੰਦਰ ਇਹ ਤੈਅ ਕਰਨਾ ਪੈਂਦਾ ਹੈ ਕਿ ਆਪਾਂ ਇਹਨਾਂ ਦੋਹਾਂ ਵਿੱਚੋਂ ਕਿਹੜੇ ਰਸਤੇ ਜਾਣਾ ਹੈ।
ਜੇਕਰ ਵਿਅਕਤੀ ਹੋਸ਼ ਵਿੱਚ ਹੈ ਅਤੇ ਪ੍ਰਤੀਕਿਰਿਆ ਦੇ ਰਿਹਾ ਹੈ ਤਾਂ ਆਪਾਂ ਇੱਕ ਧਿਆਨ ਕੇਂਦਰਿਤ ਜਾਂਚ ਸ਼ੁਰੂ ਕਰਦੇ ਹਾਂ। ਇਸ ਦੇ ਕਦਮ ਬਹੁਤ ਹੀ ਸਪਸ਼ਟ ਹਨ। ਇੱਥੇ ਸਭ ਤੋਂ ਪਹਿਲਾ ਕਦਮ ਮਨੋਵਿਗਿਆਨਿਕ ਤੌਰ ਤੇ ਕਮਾਲ ਦਾ ਹੈ। ਵਿਅਕਤੀ ਨੂੰ ਇਹ ਦੱਸਣਾ ਕਿ ਆਪਾਂ ਕੀ ਕਰ ਰਹੇ ਹਾਂ। ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਐਮਰਜੈਂਸੀ ਵਿੱਚ ਘਬਰਾਏ ਹੋਏ ਵਿਅਕਤੀ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਉਸ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਉਹ ਸ਼ਾਂਤ ਹੁੰਦਾ ਹੈ, ਜਿਸ ਨਾਲ ਉਸ ਦਾ ਬਲੱਡ ਪ੍ਰੈਸ਼ਰ ਸਥਿਰ ਹੋਣ ਵਿੱਚ ਮਦਦ ਮਿਲਦੀ ਹੈ। ਫਿਰ ਉਸ ਨੂੰ ਪੁੱਛੋ ਕਿੱਥੇ ਦਰਦ ਹੈ। ਜਿੱਥੇ ਉਹ ਦਰਦ ਦੱਸੇ ਉਸ ਹਿੱਸੇ ਨੂੰ ਧਿਆਨ ਨਾਲ ਦੇਖੋ। ਅੰਤ ਵਿੱਚ ਉਸ ਦੀ ਹਾਲਤ ਬਾਰੇ ਕੁਝ ਖਾਸ ਸਵਾਲ ਪੁੱਛੋ। ਦੇਖੋ, ਇਹ ਸਿਰਫ ਆਮ ਸਵਾਲ-ਜਵਾਬ ਨਹੀਂ ਹਨ। ਇਹ ਤਾਂ ਮਰੀਜ਼ ਦੇ ਸਰੀਰ ਦੇ ਅੰਦਰ ਚੱਲ ਰਹੀ ਉਥਲ-ਪੁਥਲ ਬਾਰੇ ਜਾਣਕਾਰੀ ਕਢਵਾਉਣ ਦੀ ਇੱਕ ਖਾਸ ਟੈਕਨੀਕ ਹੈ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਐਮਰਜੈਂਸੀ ਹਾਲਾਤਾਂ ਦਾ ਕੋਈ ਭਰੋਸਾ ਨਹੀਂ ਹੁੰਦਾ। ਇੱਥੇ ਹਾਲਤ ਸੈਕਿੰਡਾਂ ਵਿੱਚ ਪਲਟ ਸਕਦੀ ਹੈ। ਸੋਚੋ, ਜੇ ਗੱਲਬਾਤ ਕਰਦਿਆਂ-ਕਰਦਿਆਂ ਮਰੀਜ਼ ਅਚਾਨਕ ਚੁੱਪ ਕਰ ਜਾਵੇ ਜਾਂ ਬੇਹੋਸ਼ ਹੋ ਜਾਵੇ, ਫਿਰ ਕੀ ਕਰੋਗੇ? ਜਦੋਂ ਹਾਲਤ ਅਚਾਨਕ ਵਿਗੜਨ ਲੱਗਦੀ ਹੈ ਤਾਂ ਸਥਿਤੀ ਦੀ ਗੰਭੀਰਤਾ ਤੁਰੰਤ ਵੱਧ ਜਾਂਦੀ ਹੈ। ਅਜਿਹੇ ਪਲ ਵਿੱਚ ਜਾਂਚ ਕਰਨ ਦਾ ਕੰਮ ਉੱਥੇ ਹੀ ਛੱਡ ਦੇਣਾ ਚਾਹੀਦਾ ਹੈ। ਬਿਨਾਂ ਇੱਕ ਵੀ ਸੈਕਿੰਡ ਗਵਾਏ ਐਮਰਜੈਂਸੀ ਨੰਬਰ ਜਿਵੇਂ ਕਿ 911 ਜਾਂ ਸਥਾਨਕ ਮੈਡੀਕਲ ਸੇਵਾ ਨੂੰ ਕਾਲ ਕਰਨਾ ਸਭ ਤੋਂ ਪਹਿਲੀ ਤਰਜੀਹ ਬਣ ਜਾਂਦਾ ਹੈ। ਜਾਂਚ ਕਰਨਾ ਜ਼ਰੂਰੀ ਹੈ, ਪਰ ਜਦੋਂ ਜਾਨ ਤੇ ਬਣ ਆਵੇ ਤਾਂ ਸਭ ਕੁਝ ਛੱਡ ਕੇ ਤੁਰੰਤ CPR ਜਾਂ ਫਰਸਟ ਏਡ ਵੱਲ ਮੁੜਨਾ ਹੀ ਅਸਲ ਵਿੱਚ ਸਮਝਦਾਰੀ ਹੈ। ਚਲੋ ਹੁਣ ਉਸ ਫੈਸਲੇ ਵਾਲੇ ਚੌਰਾਹੇ ਦੇ ਦੂਜੇ ਰਸਤੇ ਵੱਲ ਚੱਲਦੇ ਹਾਂ। ਜੇਕਰ ਵਿਅਕਤੀ ਸਾਹ ਤਾਂ ਲੈ ਰਿਹਾ ਹੈ ਪਰ ਬਿਲਕੁਲ ਪ੍ਰਤੀਕਿਰਿਆ ਨਹੀਂ ਦੇ ਰਿਹਾ ਤਾਂ ਗੱਲਾਂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੋਵੇਗਾ, ਠੀਕ ਹੈ? ਇੱਥੇ ਆਪਾਂ ਨੂੰ ਹੈਂਡਜ਼ ਔਨ ਚੈੱਕ ਯਾਨੀ ਹੱਥਾਂ ਨਾਲ ਸਰੀਰਕ ਜਾਂਚ ਕਰਨੀ ਪੈਂਦੀ ਹੈ। ਅਤੇ ਕੀ ਤੁਸੀਂ ਜਾਣਦੇ ਹੋ ਕਿ ਇਹ ਜਾਂਚ ਹਮੇਸ਼ਾ ਬਿਨਾਂ ਕਿਸੇ ਅਪਵਾਦ ਦੇ ਸਿਰ ਤੋਂ ਹੀ ਕਿਉਂ ਸ਼ੁਰੂ ਹੁੰਦੀ ਹੈ? ਕਿਉਂਕਿ ਆਪਣਾ ਦਿਮਾਗ ਪੂਰੇ ਸਰੀਰ ਦਾ ਕੰਟਰੋਲ ਸੈਂਟਰ ਹੈ। ਸਿਰ ਦੀ ਗੰਭੀਰ ਸੱਟ ਜਾਂ ਸਾਹ ਨਲੀ ਵਿੱਚ ਕੋਈ ਰੁਕਾਵਟ ਸਭ ਤੋਂ ਵੱਧ ਤੁਰੰਤ ਜਾਨਲੇਵਾ ਖਤਰੇ ਹਨ। ਇਸ ਲਈ ਸਭ ਤੋਂ ਪਹਿਲਾਂ ਸਿਰ, ਗਰਦਨ ਅਤੇ ਚਿਹਰੇ ਨੂੰ ਬਹੁਤ ਹੀ ਹਲਕੇ ਹੱਥਾਂ ਨਾਲ ਛੂ ਕੇ ਖੂਨ ਵਗਣ, ਸੋਜ ਜਾਂ ਹੱਡੀ ਟੁੱਟਣ ਦੀ ਜਾਂਚ ਕਰਨੀ ਸਭ ਤੋਂ ਅਹਿਮ ਹੈ। ਸਿਰ ਅਤੇ ਗਰਦਨ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਆਪਾਂ ਇਸ ਜਾਂਚ ਨੂੰ ਬਹੁਤ ਹੀ ਅਨੁਸ਼ਾਸਿਤ ਢੰਗ ਨਾਲ ਹੇਠਾਂ ਵੱਲ ਲੈ ਕੇ ਜਾਣਾ ਹੈ। ਐਮਰਜੈਂਸੀ ਵਿੱਚ ਘਬਰਾ ਕੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਬੇਤਰਤੀਬੇ ਹੱਥ ਨਹੀਂ ਮਾਰਨੇ। ਹਮੇਸ਼ਾ ਛਾਤੀ ਤੋਂ ਸ਼ੁਰੂ ਕਰੋ ਕਿਉਂਕਿ ਉੱਥੇ ਆਪਣੇ ਸਭ ਤੋਂ ਅਹਿਮ ਅੰਗ ਦਿਲ ਅਤੇ ਫੇਫੜੇ ਹੁੰਦੇ ਹਨ। ਪਸਲੀਆਂ ਦੀ ਜਾਂਚ ਤੋਂ ਬਾਅਦ ਪੇਟ ਵੱਲ ਵਧੋ। ਜੇਕਰ ਪੇਟ ਛੂਹਣ ਤੇ ਬਹੁਤ ਸਖਤ ਮਹਿਸੂਸ ਹੋਵੇ ਤਾਂ ਇਹ ਅੰਦਰੂਨੀ ਖੂਨ ਵਗਣ ਦਾ ਸੰਕੇਤ ਹੋ ਸਕਦਾ ਹੈ, ਜੋ ਕਿ ਇੱਕ ਬਹੁਤ ਵੱਡਾ ਅਲਾਰਮ ਹੈ। ਉਸ ਤੋਂ ਬਾਅਦ ਲੱਤਾਂ ਦੀ ਜਾਂਚ ਕੀਤੀ ਜਾਂਦੀ ਹੈ। ਇਹ ਸਿਲਸਿਲਾ ਇਹ ਪੱਕਾ ਕਰਦਾ ਹੈ ਕਿ ਸਰੀਰ ਦਾ ਕੋਈ ਵੀ ਜ਼ਰੂਰੀ ਹਿੱਸਾ ਜਾਂਚ ਤੋਂ ਛੁੱਟ ਨਾ ਜਾਵੇ। ਅਤੇ ਸਰੀਰਕ ਜਾਂਚ ਦੇ ਇਸ ਸਫ਼ਰ ਦਾ ਬਿਲਕੁਲ ਅਖੀਰਲਾ ਪੜਾਅ ਹੈ ਬਾਹਾਂ ਦੀ ਜਾਂਚ ਕਰਨਾ। ਹੁਣ ਤੁਸੀਂ ਸ਼ਾਇਦ ਸੋਚੋ ਕਿ ਬਾਹਾਂ ਨੂੰ ਅੰਤ ਵਿੱਚ ਕਿਉਂ ਰੱਖਿਆ ਗਿਆ ਹੈ। ਇਸ ਦਾ ਬਹੁਤ ਹੀ ਲਾਜ਼ੀਕਲ ਕਾਰਨ ਹੈ ਖਤਰੇ ਦੀ ਦਰਜਾਬੰਦੀ। ਸਿਰ, ਛਾਤੀ ਜਾਂ ਪੇਟ ਦੀ ਸੱਟ ਨਾਲ ਜਾਨ ਬਹੁਤ ਜਲਦੀ ਜਾ ਸਕਦੀ ਹੈ, ਪਰ ਉਸ ਦੇ ਮੁਕਾਬਲੇ ਬਾਂਹ ਦੀ ਸੱਟ, ਭਾਵੇਂ ਉਹ ਟੁੱਟੀ ਹੋਈ ਹੱਡੀ ਹੀ ਕਿਉਂ ਨਾ ਹੋਵੇ, ਆਮ ਤੌਰ ਤੇ ਉਸੇ ਵੇਲੇ ਜਾਨ ਨਹੀਂ ਲੈਂਦੀ ਜਦੋਂ ਤੱਕ ਕਿ ਕੋਈ ਬਹੁਤ ਵੱਡੀ ਨਾੜ ਨਾ ਕੱਟੀ ਗਈ ਹੋਵੇ। ਇਸ ਲਈ ਪਹਿਲਾਂ ਜ਼ਿਆਦਾ ਖਤਰਨਾਕ ਹਿੱਸਿਆਂ ਨੂੰ ਕਵਰ ਕੀਤਾ ਜਾਂਦਾ ਹੈ। ਬਸ ਬਾਹਾਂ ਦੀ ਧਿਆਨ ਨਾਲ ਜਾਂਚ ਕਰਨ ਦੇ ਨਾਲ ਹੀ ਸਿਰ ਤੋਂ ਪੈਰਾਂ ਤੱਕ ਦੀ ਸੰਪੂਰਨ ਸਰੀਰਕ ਜਾਂਚ ਮੁਕੰਮਲ ਹੋ ਜਾਂਦੀ ਹੈ। ਇਹ ਸਾਰਾ ਪ੍ਰੋਟੋਕਾਲ ਇੱਕ ਬਹੁਤ ਹੀ ਕਮਾਲ ਦੀ ਤਰਤੀਬ ਵਿੱਚ ਬਣਿਆ ਹੋਇਆ ਹੈ। ਸੋ ਆਪਾਂ ਅੱਜ ਦੀ ਇਸ ਚਰਚਾ ਵਿੱਚ ਇਹ ਸਾਰਾ ਕੁਝ ਡਿਸਕਸ ਕੀਤਾ, ਪਰ ਅੰਤ ਵਿੱਚ ਇਹ ਸਾਰੀ ਪ੍ਰਕਿਰਿਆ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਘਾ ਸਵਾਲ ਖੜਾ ਕਰਦੀ ਹੈ। ਐਮਰਜੈਂਸੀ ਵਿੱਚ ਹਾਲਾਤ ਕਦੇ ਵੀ ਸਥਿਰ ਨਹੀਂ ਰਹਿੰਦੇ। ਜੇਕਰ ਕੋਈ ਵਿਅਕਤੀ ਜੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਅਚਾਨਕ ਬੇਹੋਸ਼ ਹੋ ਜਾਵੇ, ਤਾਂ ਕੀ ਮੌਕੇ ਤੇ ਮੌਜੂਦ ਵਿਅਕਤੀ ਬਿਨਾਂ ਘਬਰਾਏ ਤੁਰੰਤ ਦੂਜੇ ਰਸਤੇ ਤੇ ਮੁੜ ਸਕਦਾ ਹੈ? ਕੀ ਉਹ ਗੱਲਬਾਤ ਛੱਡ ਕੇ ਤੁਰੰਤ ਸਰੀਰਕ ਜਾਂਚ ਸ਼ੁਰੂ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਹੋਵੇਗਾ? ਇਹਨਾਂ ਦੋਹਾਂ ਵੱਖੋ-ਵੱਖਰਾ ਜਾਂਚ ਪ੍ਰਕਿਰਿਆਵਾਂ ਵਿੱਚ ਮਹਾਰਤ ਹਾਸਲ ਕਰਨਾ ਕੋਈ ਵਿਕਲਪ ਨਹੀਂ, ਬਲਕਿ ਇੱਕ ਵੱਡੀ ਲੋੜ ਹੈ। ਇਹ ਸਿਰਫ ਕਿਤਾਬੀ ਗੱਲਾਂ ਨਹੀਂ ਹਨ, ਇਹ ਉਹ ਅਹਿਮ ਹੁਨਰ ਹੈ ਜੋ ਸਹੀ ਸਮੇਂ ਤੇ ਕਿਸੇ ਦੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਦਾ ਫਰਕ ਤੈਅ ਕਰਦਾ ਹੈ। ਇਹਨਾਂ ਚੀਜ਼ਾਂ ਨੂੰ ਸਿਰਫ ਪੜ੍ਹਨਾ ਨਹੀਂ, ਬਲਕਿ ਸਮਝ ਕੇ ਆਪਣੇ ਅੰਦਰ ਵਸਾਉਣਾ ਹੀ ਅਸਲ ਵਿੱਚ ਐਮਰਜੈਂਸੀ ਲਈ ਤਿਆਰ ਰਹਿਣਾ ਹੈ। ਕਦੇ-ਕਦੇ ਨਾ ਜਦੋਂ ਕੋਈ ਹਾਦਸਾ ਵਾਪਰਦਾ ਹੈ ਜਾਂ ਕੋਈ ਅਚਾਨਕ ਬਿਮਾਰੀ ਆਂਦੀ ਹੈ ਤਾਂ ਸਭ ਤੋਂ ਵੱਡਾ ਖਤਰਾ ਉਹ ਨਹੀਂ ਹੁੰਦਾ ਜੋ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ ਹੈ। ਅਸਲ ਵਿੱਚ ਇੱਕ ਬਹੁਤ ਹੀ ਗੰਭੀਰ ਅਤੇ ਛੁਪੀ ਹੋਈ ਜਾਨਲੇਵਾ ਸਥਿਤੀ ਪੈਦਾ ਹੋ ਸਕਦੀ ਹੈ ਜੋ ਕਿਸੇ ਦੀ ਵੀ ਜਾਨ ਲੈ ਸਕਦੀ ਹੈ। ਅਤੇ ਪਤਾ ਹੈ, ਇਹ ਇੰਨੀ ਤੇਜ਼ੀ ਨਾਲ ਹੁੰਦਾ ਹੈ ਕਿ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ। ਇਸ ਲਈ ਇਸ ਖਤਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਮਰਜੈਂਸੀ ਵੇਲੇ ਤੁਹਾਡੀ ਜਾਣਕਾਰੀ ਹੀ ਕਿਸੇ ਦੀ ਜਾਨ ਬਚਾ ਸਕਦੀ ਹੈ। ਠੀਕ ਹੈ, ਤਾਂ ਆਓ ਸਿੱਧਾ ਇਸ ਵਿਸ਼ੇ ਵਿੱਚ ਉਤਰੀਏ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਅਸੀਂ ਮੈਡੀਕਲ ਸ਼ੌਕ ਯਾਨੀ ਡਾਕਟਰੀ ਸਦਮੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹ ਇੱਕ ਅਜਿਹਾ ਵਿਸ਼ਾ ਹੈ ਜੋ ਸਾਡੇ ਸਾਰਿਆਂ ਲਈ, ਹਾਂ ਬਿਲਕੁਲ ਹਰ ਉਸ ਵਿਅਕਤੀ ਲਈ ਜਾਣਨਾ ਬਹੁਤ ਜ਼ਰੂਰੀ ਹੈ ਜੋ ਕਦੇ ਵੀ ਕਿਸੇ ਐਮਰਜੈਂਸੀ ਵਾਲੀ ਥਾਂ ਤੇ ਮੌਜੂਦ ਹੋ ਸਕਦਾ ਹੈ।
ਇਹ ਜਾਣਕਾਰੀ ਤੁਹਾਨੂੰ ਆਮ ਇਨਸਾਨ ਤੋਂ ਇੱਕ ਜੀਵਨ ਰੱਖਿਅਕ ਬਣਾ ਸਕਦੀ ਹੈ। ਹੁਣ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸ਼ੌਕ ਅਸਲ ਵਿੱਚ ਹੈ ਕੀ। ਦੇਖੋ, ਇਹ ਕੋਈ ਆਮ ਘਬਰਾਹਟ ਜਾਂ ਡਰ ਕੇ ਸਦਮੇ ਵਿੱਚ ਜਾਣਾ ਨਹੀਂ ਹੈ। ਇਹ ਇੱਕ ਬਿਲਕੁਲ ਅਸਲੀ, ਸਰੀਰਕ ਅਤੇ ਜਾਨਲੇਵਾ ਡਾਕਟਰੀ ਸਥਿਤੀ ਹੈ। ਸਰੋਤ ਦੱਸਦੇ ਹਨ ਕਿ ਜਦੋਂ ਕੋਈ ਗੰਭੀਰ ਸੱਟ ਲੱਗਦੀ ਹੈ ਜਾਂ ਕੋਈ ਵੱਡੀ ਬਿਮਾਰੀ ਅਚਾਨਕ ਹਮਲਾ ਕਰਦੀ ਹੈ ਤਾਂ ਮਦਦ ਕਰਨ ਵਾਲਿਆਂ ਨੂੰ ਹਮੇਸ਼ਾ ਇਸ ਛੁਪੇ ਹੋਏ ਖਤਰੇ ਲਈ ਤਿਆਰ ਰਹਿਣਾ ਚਾਹੀਦਾ ਹੈ। ਅਸਲ ਵਿੱਚ ਇਹ ਉਦੋਂ ਹੁੰਦਾ ਹੈ ਜਦੋਂ ਸਾਡਾ ਸਰੀਰ ਅੰਦਰੂਨੀ ਨੁਕਸਾਨ ਜਾਂ ਖੂਨ ਦੀ ਕਮੀ ਨੂੰ ਸੰਭਾਲਣ ਵਿੱਚ ਬੁਰੀ ਤਰ੍ਹਾਂ ਫੇਲ ਹੋਣ ਲੱਗਦਾ ਹੈ। ਪੜਾਅ ਪਹਿਲਾ, ਚੇਤਾਵਨੀ ਦੇ ਸੰਕੇਤਾਂ ਨੂੰ ਪਛਾਣਨਾ। ਇਸ ਹਿੱਸੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰੀਰ ਅਸਲ ਵਿੱਚ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਐਮਰਜੈਂਸੀ ਵੇਲੇ ਸਭ ਤੋਂ ਪਹਿਲਾਂ ਮਰੀਜ਼ ਦੇ ਸਰੀਰਕ ਲੱਛਣਾਂ ਵੱਲ ਧਿਆਨ ਦਿਓ। ਕੀ ਉਹਨਾਂ ਦੀ ਚਮੜੀ ਠੰਡੀ, ਚਿਪਚਿਪੀ ਜਾਂ ਆਮ ਨਾਲੋਂ ਪੀਲੀ ਪੈ ਰਹੀ ਹੈ? ਜੇ ਉਹ ਬਹੁਤ ਤੇਜ਼ੀ ਨਾਲ ਸਾਹ ਲੈ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਦਾ ਸਰੀਰ ਆਕਸੀਜਨ ਲਈ ਤੜਫ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਪਿਆਸ ਲੱਗਣਾ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ ਜਾਂ ਇੱਥੋਂ ਤੱਕ ਕਿ ਉਲਟੀਆਂ ਆਉਣਾ, ਇਹ ਸਭ ਸਰੀਰ ਵੱਲੋਂ ਵੱਜ ਰਹੇ ਖਤਰੇ ਦੇ ਅਲਾਰਮ ਹਨ ਜੋ ਦੱਸਦੇ ਹਨ ਕਿ ਅੰਦਰੂਨੀ ਸਿਸਟਮ ਵਿਗੜ ਰਿਹਾ ਹੈ। ਪਰ ਗੱਲ ਸਿਰਫ ਸਰੀਰਕ ਲੱਛਣਾਂ ਤੇ ਖਤਮ ਨਹੀਂ ਹੁੰਦੀ, ਉਹਨਾਂ ਦੇ ਵਿਵਹਾਰ ਵੱਲ ਵੀ ਧਿਆਨ ਦਿਓ। ਸ਼ੌਕ ਕਿਸੇ ਵੀ ਵਿਅਕਤੀ ਦੇ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸ਼ੁਰੂਆਤ ਵਿੱਚ ਹੋ ਸਕਦਾ ਹੈ ਪੀੜਤ ਬਹੁਤ ਜ਼ਿਆਦਾ ਬੇਚੈਨ, ਡਰਿਆ ਹੋਇਆ ਜਾਂ ਉਲਝਣ ਵਿੱਚ ਲੱਗੇ, ਪਰ ਅਤੇ ਬਹੁਤ ਖਤਰਨਾਕ ਹੈ। ਜਿਵੇਂ-ਜਿਵੇਂ ਹਾਲਤ ਵਿਗੜਦੀ ਹੈ, ਇਹ ਬੇਚੈਨੀ ਗੂੜੀ ਸੁਸਤੀ ਵਿੱਚ ਬਦਲ ਜਾਂਦੀ ਹੈ। ਉਹ ਹੋਸ਼ ਗੁਆਉਣ ਲੱਗਦੇ ਹਨ ਅਤੇ ਆਲੇ-ਦੁਆਲੇ ਦੀਆਂ ਗੱਲਾਂ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਦਿਮਾਗ ਤੱਕ ਖੂਨ ਨਹੀਂ ਪਹੁੰਚ ਰਿਹਾ। ਪੜਾਅ ਦੂਜਾ, ਕਾਰਵਾਈ। ਹੁਣ ਜਦੋਂ ਤੁਸੀਂ ਇਹ ਲੱਛਣ ਦੇਖ ਲਏ ਹਨ ਤਾਂ ਬਿਨਾਂ ਇੱਕ ਵੀ ਸੈਕਿੰਡ ਬਰਬਾਦ ਕੀਤੇ ਤੁਹਾਨੂੰ ਐਕਸ਼ਨ ਲੈਣਾ ਪਵੇਗਾ। ਅਤੇ ਸਭ ਤੋਂ ਅਹਿਮ ਕਦਮ ਕੀ ਹੈ? ਤੁਰੰਤ ਐਮਰਜੈਂਸੀ ਮੈਡੀਕਲ ਸਰਵਿਸਿਜ਼ ਯਾਨੀ EMS ਜਾਂ 911 ਤੇ ਕਾਲ ਕਰੋ। ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਕਹਾਂ ਤਾਂ ਸ਼ੌਕ ਵਿੱਚ ਗਏ ਵਿਅਕਤੀ ਨੂੰ ਪੇਸ਼ੇਵਰ ਡਾਕਟਰੀ ਮਦਦ ਦੀ ਸਖਤ ਲੋੜ ਹੁੰਦੀ ਹੈ। ਤੁਸੀਂ ਇਸ ਨੂੰ ਆਪਣੇ ਆਪ ਠੀਕ ਨਹੀਂ ਕਰ ਸਕਦੇ। ਇਸ ਲਈ ਮੈਡੀਕਲ ਟੀਮ ਨੂੰ ਬੁਲਾਉਣਾ ਤੁਹਾਡੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਪੜਾਅ ਤੀਜਾ, ਅੰਤਰਿਮ ਪ੍ਰਬੰਧਨ ਅਤੇ ਦੇਖਭਾਲ। ਹੁਣ ਇੱਥੇ ਸਭ ਤੋਂ ਜ਼ਰੂਰੀ ਸਵਾਲ ਇਹ ਆਉਂਦਾ ਹੈ ਕਿ ਜਦੋਂ ਤੱਕ ਐਂਬੂਲੈਂਸ ਆਉਂਦੀ ਹੈ ਉਦੋਂ ਤੱਕ ਤੁਸੀਂ ਕੀ ਕਰ ਸਕਦੇ ਹੋ? ਇਹ ਸਮਾਂ ਬਹੁਤ ਕੀਮਤੀ ਹੁੰਦਾ ਹੈ। ਸਭ ਤੋਂ ਪਹਿਲਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਯਕੀਨੀ ਬਣਾਓ ਕਿ 911 ਨੂੰ ਕਾਲ ਹੋ ਚੁੱਕੀ ਹੈ। ਦੂਜਾ, ਉਸ ਕਾਰਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਜਿਸ ਕਰਕੇ ਸਦਮਾ ਲੱਗਿਆ ਹੈ। ਮਿਸਾਲ ਵਜੋਂ, ਜੇ ਕਿਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਹੈ ਤਾਂ ਉਸ ਨੂੰ ਦਬਾ ਕੇ ਰੋਕਣ ਦੀ ਕੋਸ਼ਿਸ਼ ਕਰੋ। ਅਤੇ ਤੀਜਾ, ਲਗਾਤਾਰ ਦੇਖਭਾਲ ਕਰੋ। ਪੀੜਤ ਨੂੰ ਕਦੇ ਵੀ ਇਕੱਲਾ ਨਾ ਛੱਡੋ। ਉਹਨਾਂ ਨਾਲ ਗੱਲ ਕਰਦੇ ਰਹੋ, ਉਹਨਾਂ ਤੇ ਨਜ਼ਰ ਰੱਖੋ ਅਤੇ ਉਹਨਾਂ ਨੂੰ ਜਿੰਨਾ ਹੋ ਸਕੇ ਆਰਾਮਦਾਇਕ ਰੱਖਣ ਦੀ ਕੋਸ਼ਿਸ਼ ਕਰੋ। ਤਾਂ ਇਸ ਸਾਰੀ ਚਰਚਾ ਤੋਂ ਬਾਅਦ ਇੱਕ ਬਹੁਤ ਹੀ ਵੱਡਾ ਸਵਾਲ ਖੜਾ ਹੁੰਦਾ ਹੈ। ਰੱਬ ਨਾ ਕਰੇ, ਪਰ ਜੇਕਰ ਕੱਲ ਨੂੰ ਤੁਹਾਡੇ ਸਾਹਮਣੇ ਕੋਈ ਅਜਿਹੀ ਐਮਰਜੈਂਸੀ ਆ ਜਾਂਦੀ ਹੈ ਤਾਂ ਕੀ ਆਸ-ਪਾਸ ਖੜੇ ਲੋਕ ਬਹੁਤ ਦੇਰ ਹੋਣ ਤੋਂ ਪਹਿਲਾਂ ਸ਼ੌਕ ਦੇ ਇਨ੍ਹਾਂ ਲੁਕਵੇਂ ਲੱਛਣਾਂ ਨੂੰ ਪਛਾਣ ਸਕਣਗੇ? ਸਾਡੇ ਇਸ ਅੱਜ ਦੇ ਵਿਸ਼ਲੇਸ਼ਣ ਦਾ ਇੱਕੋ ਇੱਕ ਮਕਸਦ ਇਹੀ ਹੈ ਕਿ ਅਸੀਂ ਸਾਰੇ ਇਨ੍ਹਾਂ ਜਾਨਲੇਵਾ ਸੰਕੇਤਾਂ ਬਾਰੇ ਜਾਗਰੂਕ ਹੋਈਏ, ਕਿਉਂਕਿ ਯਾਦ ਰੱਖੋ, ਤੁਹਾਡੀ ਥੋੜੀ ਜਿਹੀ ਚੌਕਸੀ ਅਤੇ ਸਹੀ ਜਾਣਕਾਰੀ ਐਮਰਜੈਂਸੀ ਦੇ ਸਮੇਂ ਕਿਸੇ ਲਈ ਜ਼ਿੰਦਗੀ ਅਤੇ ਮੌਤ ਵਿਚਕਾਰਲਾ ਫਰਕ ਬਣ ਸਕਦੀ ਹੈ।